ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੀਰ ਹਮਜ਼ਾ ਗੋਸ਼ ਨੂੰ ਸ਼ਹਿਰ ਸਿਆਲਕੋਟ ਤਬਾਹ ਕਰਨ ਤੋਂ ਰੋਕਿਆ ਤਾਂ ਪੀਰ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਇਹ ਸਾਰੇ ਨਗਰ ਦੇ ਲੋਕ ਈਸ਼ਵਰ ਦਾ ਖੌਫ ਨਹੀਂ ਰੱਖਦੇ, ਇਸ ਲਈ ਇਸ ਨੂੰ ਬਰਬਾਦ ਹੋਣਾ ਹੀ ਚਾਹੀਦਾ ਹੈ। ਇਸ ਉੱਤੇ ਗੁਰੂ ਦੇਵ ਨੇ ਕਿਹਾ, ਤੁਹਾਨੂੰ ਕਿਵੇਂ ਪਤਾ ਹੋਇਆ ਕਿ ਇੱਥੇ ਅੱਲਾ ਦਾ ਖੌਫ ਰੱਖਣ ਵਾਲਾ ਕੋਈ ਨਹੀਂ ਹੈ? ਇਸ ਉੱਤੇ ਪੀਰ ਜੀ ਕਹਿਣ ਲੱਗੇ, ਸਾਰੇ ਦੇ ਸਾਰੇ ਇੰਜ ਹੀ ਹਨ। ਜੇਕਰ ਭਰੋਸਾ ਨਹੀਂ ਤਾਂ ਨਗਰ ਦਾ ਸਰਵੇਖਣ ਕਰਾ ਕੇ ਵੇਖ ਲਵੋ। ਇਸ ਉੱਤੇ ਗੁਰੂ ਦੇਵ ਨੇ ਭਾਈ ਮਰਦਾਨਾ ਜੀ ਨੂੰ ਇੱਕ ਜੁਗਤੀ ਦੁਆਰਾ ਜਾਂਚ ਲਈ ਭੇਜਿਆ ਅਤੇ ਕਿਹਾ ਕਿ ਬਾਜ਼ਾਰ ਵੱਲੋਂ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਖਰੀਦ ਕੇ ਲਿਆਓ। ਭਾਈ ਮਰਦਾਨਾ ਜੀ ਬਾਜ਼ਾਰ ਚਲੇ ਗਏ। ਭਾਈ ਮਰਦਾਨਾ ਜੀ ਨਗਰ ਦੇ ਹਰ ਇੱਕ ਦੁਕਾਨਦਾਰ ਵੱਲੋਂ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਖਰੀਦਣ ਲਈ ਪੁੱਛਗਿੱਛ ਕਰਦੇ ਰਹੇ, ਪਰ ਨਗਰ ਵਿੱਚ ਕਿਸੇ ਨੇ ਵੀ ਉਹ ਸੌਦਾ ਨਾ ਹੀ ਖਰੀਦਿਆ ਸੀ ਨਾ ਹੀ ਵੇਚਿਆ ਸੀ। ਅੰਤ ਉਹ ਸਭ ਇਹ ਹੈਰਾਨੀਜਨਕ ਸੌਦੇ ਨੂੰ ਸਮਝ ਹੀ ਨਹੀਂ ਪਾਏ। ਅਖੀਰ ਵਿੱਚ ਸੌਦੇ ਦੇ ਇਸ ਰਹੱਸਿਆ ਨੂੰ ਮੂਲ ਚੰਦ ਨਾਮਕ ਇੱਕ ਜਵਾਨ ਨੇ ਸਮਝਿਆ, ਜਿਸ ਨੂੰ ਮੁੱਲਾ ਖੱਤਰੀ ਵੀ ਕਹਿੰਦੇ ਸੀ, ਅਤੇ ਉਸਨੇ ਦੋਨਾਂ ਪੈਸੇ ਲੈ ਕੇ ਇੱਕ ਕਾਗਜ਼ ਉੱਤੇ ਤੁਰੰਤ ਲਿਖ ਦਿੱਤਾ ਕਿ ਜੀਵਨ ਝੂਠ ਹੈ ਅਤੇ ਮੌਤ ਸੱਚ। ਮੁੱਲਾ ਖੱਤਰੀ ਨੇ ਮਰਦਾਨਾ ਜੀ ਨੂੰ ਉਹਨਾਂ ਦਾ ਮੰਗਿਆ ਸੌਦਾ ਦੇ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਏ। ਮਰਦਾਨਾ ਜੀ ਨੇ ਗੁਰੂ ਜੀ ਨੂੰ ਮੁੱਲਾ ਖੱਤਰੀ ਦਾ ਲਿਖਿਆ ਜਵਾਬ ਪੜ੍ਹ ਕੇ ਸੁਣਾਇਆ, ਮਰਨਾ ਸੱਚ, ਜੀਣਾ ਝੂਠ, ਜਿਸ ਦਾ ਭਾਵ ਸੀ ਕਿ ਮਨੁੱਖ ਨੇ ਮਰਨਾ ਜ਼ਰੂਰ ਹੀ ਹੈ, ਅੰਤ ਸੁਚੇਤ ਹੋ ਕੇ ਜੀਣਾ ਚਾਹੀਦਾ ਹੈ ਤਾਂ ਕਿ ਕੋਈ ਗਲਤ ਕਾਰਜ ਨਾ ਹੋਵੇ। ਇਹ ਜਵਾਬ ਸੁਣ ਕੇ ਹਮਜ਼ਾ ਗੋਸ਼ ਫਕੀਰ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਸਨੇ ਸ਼ਹਿਰ ਵਾਲਿਆਂ ਨੂੰ ਮਾਫ ਕਰ ਦਿੱਤਾ। ਉਸ ਤੋਂ ਬਾਅਦ ਮੁੱਲਾ ਖੱਤਰੀ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਦੇਵ ਦਾ ਅਜਿਹਾ ਭਗਤ ਬਣਿਆ ਕਿ ਕਹਿਣ ਲੱਗਾ, ਹੇ ਗੁਰੂ ਦੇਵ, ਮੈਨੂੰ ਵੀ ਹਮੇਸ਼ਾ ਆਪਣੇ ਚਰਨਾਂ ਵਿੱਚ ਰੱਖੋ, ਜਿੱਥੇ ਜਾਵੋ ਮੈਨੂੰ ਨਾਲ ਲੈ ਕੇ ਚੱਲੋ। ਗੁਰੂ ਦੇਵ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਹਨਾਂ ਦੇ ਨਾਲ ਰਹਿਣ ਉੱਤੇ ਜੀਵਨ ਵਿੱਚ ਬਹੁਤ ਕਸ਼ਟ ਝੇਲਣੇ ਪੈ ਸਕਦੇ ਹਨ, ਕਿਉਂਕਿ ਹਰ ਸਮਾਂ ਪਰਿਸਥਿਤੀਆਂ ਇੱਕੋ ਜਿਹੀ ਨਹੀਂ ਰਹਿੰਦੀਆਂ। ਪਰ ਮੁੱਲਾ ਖੱਤਰੀ ਨਹੀਂ ਮੰਨਿਆ। ਉਹ ਕਹਿਣ ਲੱਗਾ, ਮੈਨੂੰ ਸਭ ਕੁਝ ਸਵੀਕਾਰ ਹੋਵੇਗਾ, ਅਤੇ ਉਹ ਗ੍ਰਹਿਸਥ ਜੀਵਨ ਛੱਡ ਕੇ ਗੁਰੂ ਦੇਵ ਦੇ ਨਾਲ ਚੱਲ ਪਿਆ। ਮੁੱਲਾ ਖੱਤਰੀ 6 ਸਾਲ ਤੱਕ ਗੁਰੂ ਜੀ ਨਾਲ ਰਹਿੰਦਿਆਂ ਲੋਕ ਭਲਾਈ ਵਿੱਚ ਲੱਗਾ ਰਿਹਾ ਅਤੇ ਆਪਣੇ ਘਰ ਗ੍ਰਸਤੀ ਨੂੰ ਭੁੱਲ ਬੈਠਾ। ਇੱਕ ਵਾਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਆਇਆ ਇੱਕ ਸਿਆਲਕੋਟ ਵਾਸੀ ਮੁੱਲਾ ਖੱਤਰੀ ਨੂੰ ਉਸਦੀ ਪਤਨੀ ਦੀ ਚਿੱਠੀ ਦਿੰਦਾ ਹੈ। ਚਿੱਠੀ ਪੜ੍ਹ ਕੇ ਮੁੱਲਾ ਖੱਤਰੀ ਨੇ ਘਰ ਜਾਣ ਦਾ ਇਰਾਦਾ ਬਣਾ ਲਿਆ ਤੇ ਇਜਾਜ਼ਤ ਲੈਣ ਲਈ ਗੁਰੂ ਜੀ ਕੋਲ ਪਹੁੰਚ ਗਿਆ। ਗੁਰੂ ਜੀ ਨੇ ਮੁੱਲਾ ਖੱਤਰੀ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਮੁੱਲਾ ਖੱਤਰੀ ਦੇ ਮਨ ਦੀ ਗੱਲ ਜਾਣ ਕੇ ਗੁਰੂ ਜੀ ਨੇ ਉਸ ਨੂੰ ਕੁਟੀਆ ਦੇ ਬਾਹਰ ਪਈਆਂ ਘੜੇ ਦੀਆਂ ਠਿਕਰੀਆਂ ਕੱਪੜੇ ਵਿੱਚ ਲਪੇਟ ਕੇ ਘਰ ਲੈ ਜਾਣ ਨੂੰ ਕਿਹਾ ਅਤੇ ਕਿਹਾ ਕਿ ਇਹ ਗਠਰੀ ਘਰ ਜਾ ਕੇ ਹੀ ਖੋਲੀ। ਉਸ ਤੋਂ ਬਾਅਦ ਮੁੱਲਾ ਖੱਤਰੀ 6 ਸਾਲ ਗੁਜ਼ਾਰ ਕੇ ਆਪਣੇ ਘਰ ਪਹੁੰਚ ਗਿਆ। ਮੁੱਲਾ ਖੱਤਰੀ ਜਾਣਦਾ ਸੀ ਇਸ ਗਠਰੀ ਵਿੱਚ ਮਿੱਟੀ ਦੀਆਂ ਠਿਕਰੀਆਂ ਹਨ, ਪਰ ਉਸ ਨੂੰ ਗੁਰੂ ਤੇ ਪੂਰਾ ਵਿਸ਼ਵਾਸ ਸੀ। ਇਸ ਕਰਕੇ ਉਸਨੇ ਘਰ ਪਹੁੰਚ ਕੇ ਗਠਰੀ ਖੋਲ੍ਹ ਕੇ ਵੇਖਿਆ ਤਾਂ ਉਸ ਦੇ ਵਿੱਚ ਠਿਕਰੀਆਂ ਦੀ ਥਾਂ ਸੋਨੇ ਦੀਆਂ ਮੋਹਰਾਂ ਦੇਖ ਕੇ ਦੋਵੇਂ ਜੀ ਖੁਸ਼ ਹੋ ਗਏ। ਮੁੱਲਾ ਖੱਤਰੀ ਘਰ ਆ ਕੇ ਮੁੜ ਤੋਂ ਮੋਹ ਮਾਇਆ ਵਿੱਚ ਪੈ ਗਿਆ ਤੇ ਗੁਰੂ ਜੀ ਨੂੰ ਭੁੱਲ ਬੈਠਾ। 2 ਸਾਲ ਬਾਅਦ ਗੁਰੂ ਜੀ ਭਾਈ ਮਰਦਾਨੇ ਨਾਲ ਆਪਣੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਸਿਆਲਕੋਟ ਦੇ ਬਾਹਰ ਉਸੇ ਬੇਰੀ ਦੇ ਥੱਲੇ ਬੈਠ ਕੇ ਸਤਸੰਗ ਕਰਨ ਲੱਗੇ। ਭਾਵੇਂ ਮੁੱਲਾ ਖੱਤਰੀ ਗੁਰੂ ਜੀ ਨਾਲ 6 ਸਾਲ ਬਿਤਾਏ ਭੁੱਲ ਚੁੱਕਾ ਸੀ, ਪਰ ਗੁਰੂ ਜੀ ਨਹੀਂ ਸੀ ਭੁੱਲੇ। ਗੁਰੂ ਜੀ ਤੇ ਭਾਈ ਮਰਦਾਨਾ ਮੁੱਲਾ ਖੱਤਰੀ ਨੂੰ ਮਿਲਣ ਲਈ
ਆਪ ਉਹਦੇ ਘਰ ਪਹੁੰਚੇ। ਘਰ ਦੇ ਬਾਹਰ ਆ ਕੇ ਮਰਦਾਨਾ ਜੀ ਨੇ ਆਵਾਜ਼ ਦਿੱਤੀ, ਭਾਈ ਮੁੱਲਾ ਖੱਤਰੀ, ਬਾਹਰ ਆਓ, ਗੁਰੂ ਜੀ ਮਿਲਣ ਆਏ ਨੇ। ਮੁੱਲਾ ਖੱਤਰੀ ਦੀ ਪਤਨੀ ਨੇ ਮੁੱਲਾ ਜੀ ਨੂੰ ਬਾਹਰ ਨਾ ਜਾਣ ਦਿੱਤਾ ਅਤੇ ਕਿਹਾ, ਤੁਸੀਂ ਪਹਿਲਾਂ ਵੀ ਗੁਰੂ ਜੀ ਨਾਲ ਗਏ ਸੀ ਤੇ 6 ਸਾਲ ਬਾਅਦ ਮੁੜੇ ਸੀ। ਉਸ ਦੀ ਪਤਨੀ ਨੇ ਬੱਚੇ ਦੀ ਸਹੁੰ ਦੇ ਕੇ ਰੋਕ ਦਿੱਤਾ ਅਤੇ ਕਿਹਾ, ਤੁਸੀਂ ਅੰਦਰ ਜਾ ਕੇ ਪਾਥੀਆਂ ਵਾਲੇ ਕੋਠੇ ਵਿੱਚ ਲੁਕ ਜਾਓ ਅਤੇ ਮੈਂ ਕਹਿ ਦਿਆਂਗੀ ਕਿ ਉਹ ਘਰ ਨਹੀਂ ਹਨ। ਮੁੱਲਾ ਖੱਤਰੀ ਦੀ ਪਤਨੀ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ, ਗੁਰੂ ਜੀ, ਮੁੱਲਾ ਜੀ ਨਹੀਂ ਹਨ। ਇਸ ਤੋਂ ਬਾਅਦ ਉਸੇ ਘੜੀ ਮੁੱਲਾ ਖੱਤਰੀ ਨੂੰ ਸੱਪ ਨੇ ਡਸ ਲਿਆ ਅਤੇ ਸੱਚਮੁੱਚ ਹੀ ਉਹ ਨਹੀਂ ਰਿਹਾ। ਮੁੱਲਾ ਖੱਤਰੀ ਨੂੰ ਮਰਿਆ ਹੋਇਆ ਵੇਖ ਕੇ ਉਸ ਦੀ ਪਤਨੀ ਰੋਣ ਲੱਗੀ ਤੇ ਉਸਨੇ ਸੋਚਿਆ ਕਿ ਉਸਦੇ ਮੂੰਹ ਚੋਂ ਇਹ ਨਿਕਲਿਆ ਸੀ ਕਿ ਮੁੱਲਾ ਜੀ ਨਹੀਂ ਰਹੇ। ਉਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਲੈ ਕੇ ਗੁਰੂ ਜੀ ਕੋਲ ਗਈ ਤੇ ਕਿਹਾ ਕਿ ਇਸ ਨੂੰ ਜਿੰਦਾ ਕਰ ਦਿਓ। ਇਸ ਉੱਤੇ ਗੁਰੂਦੇਵ ਨੇ ਕਿਹਾ, ਉਹ ਇਸ ਦਾ ਕਲਿਆਣ ਹੁਣ ਆਪਣੇ 10ਵੇਂ ਸਵਰੂਪ ਵਿੱਚ ਕਰਨਗੇ ਅਤੇ ਇਸ ਨੂੰ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਕਰ ਦੇਣਗੇ। ਉਸ ਤੋਂ ਬਾਅਦ ਸਾਲ 1706 ਈਸਵੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ। ਇੱਕ ਦਿਨ ਨੰਦੇੜ ਦੇ ਨਾਲ ਲੱਗਦੇ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਫੌਜਾਂ ਨਾਲ ਸ਼ਿਕਾਰ ਖੇਡਣ ਲਈ ਪਹੁੰਚੇ, ਪਰ ਵੱਡਾ ਸ਼ਿਕਾਰ ਹੱਥ ਨਹੀਂ ਆਇਆ। ਕਾਫੀ ਖੋਜਬੀਨ ਦੇ ਬਾਅਦ ਆਪ ਜੀ ਦੇ ਸਾਹਮਣੇ ਇੱਕ ਖਰਗੋਸ਼ ਨਿਕਲਿਆ, ਜੋ ਵੇਖਦੇ ਹੀ ਵੇਖਦੇ ਝਾੜੀਆਂ ਵਿੱਚ ਓਝਲ ਹੋ ਗਿਆ। ਗੁਰੂ ਜੀ ਕਦੇ ਵੀ ਕਿਸੇ ਛੋਟੇ ਜੀਵ ਦਾ ਸ਼ਿਕਾਰ ਨਹੀਂ ਕਰਦੇ ਸਨ, ਪਰ ਉਸ ਦਿਨ ਆਪ ਜੀ ਨੇ ਖਰਗੋਸ਼ ਦੇ ਪਿੱਛੇ ਘੋੜਾ ਲਗਾ ਦਿੱਤਾ ਅਤੇ ਉਸ ਨੂੰ ਨਗਾਰੇ ਦੀ ਭੈ-ਭੀਤ ਆਵਾਜ਼ਾਂ ਵੱਲੋਂ ਡਰਾ ਕੇ ਬਾਹਰ ਕੱਢਿਆ ਅਤੇ ਉਸ ਦਾ ਸ਼ਿਕਾਰ ਕਰ ਦਿੱਤਾ। ਉਸ ਛੋਟੇ ਜੀਵ ਨੂੰ ਵੇਖ ਕੇ ਬਹੁਤ ਸਾਰੇ ਸਿੱਖਾਂ ਨੇ ਪ੍ਰਸ਼ਨ ਕੀਤਾ, ਗੁਰੂ ਜੀ, ਤੁਸੀਂ ਇਸ ਛੋਟੇ ਜੀਵ ਲਈ ਇੰਨਾ ਥਕੇਵਾ ਕਦੇ ਨਹੀਂ ਕੀਤਾ ਜਿੰਨਾ ਅੱਜ। ਕੋਈ ਵਿਸ਼ੇਸ਼ ਰਹੱਸਿਆ ਹੈ? ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਇਹ ਖਰਗੋਸ਼ ਪਿਛਲੇ ਜਨਮ ਵਿੱਚ ਮੁੱਲਾ ਖੱਤਰੀ ਸੀ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੇਲਾ ਸੀ, ਪਰ ਸਮੇਂ ਦੇ ਅੰਤਰਾਲ ਵਿੱਚ ਬੇਮੁਖ ਹੋ ਗਿਆ, ਜਿਸ ਕਾਰਨ ਇਸ ਨੂੰ ਕਈ ਜੋਨੀਆਂ ਵਿੱਚ ਭਟਕਣਾ ਪਿਆ ਹੈ। ਇਹ 200 ਸਾਲ ਤੋਂ ਵੱਖ-ਵੱਖ ਜੋਨੀਆਂ ਭਟਕ ਰਿਹਾ ਹੈ। ਇਸ ਨੇ ਆਪਣੇ ਕਲਿਆਣ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਕਿ ਮੇਰੇ ਤੋਂ ਭੁੱਲ ਹੋਈ ਹੈ ਅਤੇ ਮੇਰਾ ਉਧਾਰ ਕਦੋਂ ਹੋਵੇਗਾ। ਉਸ ਸਮੇਂ ਗੁਰੂ ਜੀ ਨੇ ਵਚਨ ਦਿੱਤਾ ਕਿ ਅਸੀਂ 10ਵੇਂ ਜਾਮੇ ਵਿੱਚ ਜਦੋਂ ਹੋਵਾਂਗੇ ਤਾਂ ਤੁਹਾਡਾ ਉਧਾਰ ਕਰਾਂਗੇ, ਅਤੇ ਅੱਜ ਇਹ ਜਨਮ ਮਰਨ ਦੇ ਚੱਕਰਾਂ ਤੋਂ ਮੁਕਤ ਹੋ ਗਿਆ ਹੈ। ਉਸ ਪਾਵਨ ਧਰਤੀ ਨੂੰ ਅੱਜ ਅਸੀਂ ਗੁਰਦੁਆਰਾ ਸ਼ਿਕਾਰ ਘਾਟ ਦੇ ਰੂਪ ਵਿੱਚ ਜਾਣਦੇ ਹਾਂ। ਸਾਧ ਸੰਗਤ ਜੀ, ਜੇਕਰ ਤੁਹਾਨੂੰ ਇਹ ਸਾਖੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।